ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए ਸਰਵਣ ਕਰੀਏ ਕਥਾ ਵਿਚਾਰ ਗਿਆਨੀ ਜਸਵਿੰਦਰ ਸਿੰਘ ਜੀ ਪੌਟਾ ਸਾਹਿਬ ਵਾਲਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। सतगुर की सेवा सफल है जे को करे चित लाय। मन चिंदिया पल पावना हऊँ मैं विचों जाय। सेवा को दोए पाले एक संत एक राम। राम जो दाता मुक्त को संत जबावै नाम। परम सत्कारयोग गुरु रूप गुरु खालसा जी, आप वडभागी हो जो कि अमृत वेले तो गुरु दरबार में हाजिरियां भर के अपना कीमती मनुखा जो जन्म है इसनूं आपां सफल कर रहे हैं। आसा जी देवार दे कीर्तन दे विच आप जी ने सुरत ला के जो गुरबाणी सुनी है, आसा की दीवार ऐसी बाणी है जो भी मन दिया आसा ने ये पूर्ण करने वाली है। गुरबाणी सारी ही जदों असीं मन करके पढ़ लीए सुन लीए ते ये जो जीवन है साडा सफल करने वाली है, पर ये मन करके सुननी बड़ी औखी है। सतगुर कहते हैं जिन्होंने मन करके पढ़ी मन करके सुनी उन्होंने अंदर जीवन के अंदर ऐसी तब्दीली आई कि जीवन बदल गया। धन गुरु अमरदास महाराज बुजुर्गी अवस्था हो गई पर अजे तक जो लगाव सी जो अंदर प्यार सी वो अजे तक नहीं सी बने। अचानक ही जपजी साहिब के पाठ की एक कन्ना दे विच आवाज पई। इस आवाज ने साहिब श्री गुरु अमरदास जी महाराज को ऐसा झंझोड़िया कि ऐसे लगन लगे ते कहन लगे अपने भरा दे नूं कि ये जो तू बाणी पढ़ रही है ये बाणी किसदी है। उन्हें दसिया नानक दी बाणी है ते इस समय साहिब श्री गुरु अंगद देव जी महाराज तखत ते विराजमान ने ते कहने लगे सानू भी दर्शन कराओ। असीं भी उन्हां दे दर्शन करके गुरबाणी सुन के अपना जीवन असीं सफल करना चाहुंदे। जदों कहंदे ने दरबार विच पुजे ने ते ऐसे लगन दर्शनां दे उन्हां नूं लगे कि दर्शनां तो रस लैंदियां लैंदियां गुरबाणी दे विच इतने लीन हो गए कि सेवा विच लग गए। सेवा करदियां करदियां उन्हां दा बहुत समा जो गुरु की सेवा विच लग गया। पर उन्होंने एक सेवा ऐसी ले ली, अमृत वेले उठ के गागर लैके रोज ही दरिया तो जल लैके आना ते गुरु जी को इशनान कराना।
ਜਦੋਂ ਜਲ ਲੈਣ ਜਾਂਦੇ ਸਨ ਤੇ ਆਪਣਾ ਜੋ ਮੁਖ ਹੈ ਇਹ ਗੁਰੂ ਜੀ ਵੱਲ ਗਏ। ਜਿਸ ਤਰ੍ਹਾਂ ਆਪਾਂ ਗੁਰੂ ਕੀ ਪਰਿਕਰਮਾ ਕਰਕੇ ਕਈ ਗੁਰਮੁਖ ਪਿਆਰੇ ਬਾਹਰ ਨੂੰ ਜਾਂਦੇ ਨੇ ਤੇ ਪਿੱਠ ਕਰਕੇ ਚਲੇ ਜਾਂਦੇ ਨੇ, ਪਰ ਇਹਨਾਂ ਨੂੰ ਸੋਝੀ ਆ ਗਈ। ਪਰ ਜਦੋਂ ਵੀ ਪਰਿਕਰਮਾ ਕਰਕੇ ਬਾਹਰ ਨੂੰ ਮੁੜਨਗੇ ਮੁਖ ਆਪਣਾ ਉੱਥੋਂ ਤੱਕ ਗੁਰੂ ਦੇ ਸਨਮੁਖ ਰੱਖਦੇ ਨੇ, ਜਿਤਨਾ ਚਿਰ ਗੁਰੂ ਦਰਬਾਰ ਤੋਂ ਬਾਹਰ ਨਾ ਨਿਕਲ ਜਾਈਏ। ਉਹਨਾਂ ਦੇ ਮਨ ਦੇ ਇੱਕ ਪਿਆਰ ਸੀ, ਇੱਕ ਲਗਾਵ ਸੀ ਕਿ ਮੈਂ ਗੁਰੂ ਦੇ ਵੱਲ ਕਦੇ ਪਿੱਠ ਨਹੀਂ ਕਰਨੀ। ਗਾਗਰ ਭਰ ਕੇ ਲਿਆਉਣੀ, ਸੇਵਾ ਕਰਦਿਆਂ ਕਰਦਿਆਂ ਬਹੁਤ ਸਮਾਂ ਬਤੀਤ ਹੋ ਗਿਆ। ਇੱਕ ਦਿਨ ਜਲ ਦੀ ਗਾਗਰ ਭਰ ਕੇ ਲੈ ਕੇ ਆ ਰਹੇ ਨੇ ਅਮਰਦਾਸ ਜੀ। ਜਲ ਦੀ ਗਾਗਰ ਭਰ ਕੇ ਲਿਆਉਂਦਿਆਂ ਲਿਆਉਂਦਿਆਂ ਇਤਨੀ ਜ਼ੋਰ ਦੀ ਬਰਸਾਤ ਹੋ ਗਈ, ਕਿਉਂਕਿ ਉਸ ਸਮੇਂ ਦਾ ਜੋ ਸਮਾਂ ਸੀ ਉਦੋਂ ਕੋਈ ਰੁਸ਼ਨਾਈ ਨਹੀਂ ਸੀ ਹੁੰਦੀ, ਨਾ ਕਿਸੇ ਘਰ ਦੀਵਾ ਜਗਦਾ ਸੀ, ਤੇ ਜਦੋਂ ਉੱਠਣਾ ਉਦੋਂ ਹੀ ਦੀਵਾ ਜਗਾਉਣਾ। ਸੌਣ ਲੱਗਿਆ ਸਾਰਾ ਹੀ ਕੁਝ ਅੰਧੇਰਾ ਹੀ ਅੰਧੇਰਾ ਹੋ ਜਾਣਾ। ਤੇ ਜਦੋਂ ਬਰਸਾਤ ਹੋਈ, ਹਨੇਰੀ ਚੱਲੀ, ਤੇ ਜਿਹੜਾ ਰਸਤਾ ਗੁਰੂ ਦਰਬਾਰ ਨੂੰ ਆ ਰਿਹਾ ਸੀ ਉਹ ਰਸਤਾ ਭਟਕ ਗਏ, ਕਿਉਂਕਿ ਹਨੇਰੀ ਇਤਨੀ ਜ਼ੋਰ ਦੀ ਚੱਲੀ, ਗਾਗਰ ਕਿਤੇ ਡਿੱਗ ਨਾ ਪਵੇ। ਮੈਂ ਜੋ ਗੁਰੂ ਦੇ ਵਾਸਤੇ ਜਲ ਲੈ ਕੇ ਜਾ ਰਿਹਾ ਕਿਤੇ ਡੁੱਲ ਨਾ ਜਾਵੇ। ਉਹਨਾਂ ਦੇ ਅੰਦਰ ਇਤਨੀ ਸ਼ਰਧਾ ਤੇ ਲਗਾਵ ਦੇ ਨਾਲ ਪੈਰ ਜਦੋਂ ਭਟਕ ਗਏ, ਭਟਕਦਿਆਂ ਪੈਰ ਉਸ ਪਾਸੇ ਚਲੇ ਗਏ ਜਿੱਧਰ ਜੁਲਾਹੇ ਦਾ ਘਰ ਸੀ। ਜੁਲਾਹੇ ਦੇ ਘਰ ਵੱਲ ਜਾਂਦਿਆਂ ਜਦੋਂ ਉੱਤੇ ਜਿੱਥੇ ਖੱਡੀ ਲੱਗੀ ਹੋਈ ਸੀ, ਅਮਰਦਾਸ ਜੀ ਮਹਾਰਾਜ ਨੇ ਜਦੋਂ ਪੈਰ ਲੱਗਾ, ਟੇਢਾ ਲੱਗਾ, ਤੇ ਅਮਰਦਾਸ ਜੀ ਮਹਾਰਾਜ ਡਿੱਗ ਪਏ। ਅੰਦਰੋਂ ਆਵਾਜ਼ ਆਈ ਜੁਲਾਹੀ ਨੇ। ਜੁਲਾਹਾ ਪੁੱਛਦਾ ਜੁਲਾਹੀ ਨੂੰ, ਇਸ ਸਮੇਂ ਕੌਣ ਹੋ ਸਕਦਾ ਹੈ? ਅਜੇ ਪੂਰਾ ਅੰਧੇਰਾ ਹੈ, ਇਸ ਸਮੇਂ ਸਾਡੇ ਖੱਡੀ ਦੇ ਨਾਲ ਠੁੱਡਾ ਲੱਗ ਕੇ ਕੌਣ ਡਿੱਗਾ ਹੈ? ਜੁਲਾਹੀ ਨੇ ਅੰਦਰੋਂ ਆਵਾਜ਼ ਦਿੱਤੀ, ਇਸ ਟਾਈਮ ਕੌਣ ਹੋ ਸਕਦਾ ਹੈ? ਇੱਕ ਹੀ ਹੈ ਅਮਰੂ ਨਥਾਵਾਂ, ਜਿਹਨੂੰ ਦਿਨ ਰਾਤ ਟਿਕਾ ਨਹੀਂ ਹੈ, ਦਿਨ ਰਾਤ ਸੇਵਾ ਵਿੱਚ ਲੱਗਾ ਰਹਿੰਦਾ। ਇਸ ਟਾਈਮ ਇਹਨੂੰ ਟਿਕਾ ਨਹੀਂ ਆਇਆ। ਗਾਗਰ ਦੀ ਜਲ ਭਰ ਕੇ ਲਿਆ ਰਿਹਾ, ਹਨੇਰੀ ਚੱਲ ਰਹੀ ਹੈ, ਤੂੰ ਅੰਦਰ ਹੀ ਆਪਣੇ ਘਰ ਬੈਠ ਜਾ, ਗੁਰੂ ਦਰਬਾਰ ਵਿੱਚ ਬੈਠ, ਉੱਥੇ ਹੀ ਬੈਠ ਕੇ ਤੂੰ ਸੇਵਾ ਕਰ। ਗਾਗਰ ਭਰ ਕੇ ਲਿਆ ਰਿਹਾ, ਤੈਨੂੰ ਪਤਾ ਹੈ ਸਮਾਂ ਐਸਾ ਹੈ, ਇਹ ਅਮਰੋਂ ਨਿਥਾਵਾਂ ਹੈ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਅਮਰਦਾਸ ਜੀ ਮਹਾਰਾਜ ਦੀ, ਇਹ ਸਹਿਜ ਸੁਭਾਈ ਅੰਦਰੋਂ ਨਿਕਲਿਆ, ਚੱਲੀਏ ਮੈਂ ਤੇ ਥਾਂ ਵਾਲਾ। ਜਿਹੜੀ ਥਾਂ ਮੈਨੂੰ ਪ੍ਰਾਪਤ ਹੋਈ ਹੈ ਉਹ ਥਾਂ ਤੇ ਐਸੀ ਹੈ, ਜਿਹੜਾ ਉਹ ਥਾਂ ਤੇ ਆ ਜਾਂਦਾ ਹੈ ਨਿਥਾਵਿਆਂ ਦਾ ਥਾਂ। ਉਹ ਗੁਰੂ ਐਸਾ ਹੈ ਜਿਹੜਾ ਕੋਈ ਵੀ ਕਿਸੇ ਦਾ ਥਾਂ ਨਾ ਹੋਵੇ, ਗੁਰੂ ਤੇ ਉਹਨੂੰ ਵੀ ਥਾਂ ਬਖਸ਼ਿਸ਼ ਕਰ ਦਿੰਦਾ ਹੈ। ਮੈਂ ਤੇ ਥਾਂ ਵਾਲਾ। ਜਦੋਂ ਝੱਲੇ ਅੱਖਰ ਬੋਲਿਆ, ਇਤਿਹਾਸ ਗਵਾਹ ਹੈ ਕਿ ਉਹ ਚੱਲ ਪੁਣਾ ਕਰਨ ਲੱਗ ਪਈ। ਐਸੀ ਝੱਲੀ ਹੋ ਗਈ ਜਿਸ ਤਰ੍ਹਾਂ ਸਵੇਰ ਹੋਈ, ਚੱਲ ਪੁਣਾ ਕਰੀ ਜਾ ਰਹੀ ਹੈ, ਤੇ ਜੁਲਾਹਾ ਉਸ ਨੂੰ ਗੁਰੂ ਦਰਬਾਰ ਵਿੱਚ ਲੈ ਕੇ ਆ ਗਿਆ। ਗੁਰੂ ਦਰਬਾਰ ਵਿੱਚ ਲਿਆਏ ਨੇ, ਤੇ ਆ ਕੇ ਜਿਸ ਤਰ੍ਹਾਂ ਦੀਵਾਨ ਦੀ ਸਮਾਪਤੀ ਹੋਈ, ਤੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ, ਆ ਸਵੇਰ ਤੋਂ ਹੀ ਮੇਰੀ ਘਰ ਦੀ ਹੈ ਜੋ ਇਹ ਇਸੇ ਤਰ੍ਹਾਂ ਚੱਲ ਮਾਰ ਰਹੀ ਹੈ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਇਸ ਨੇ ਕੋਈ ਗੁਸਤਾਖੀ ਕੀਤੀ ਹੋਣੀ, ਕਿਸੇ ਦੇ ਬਾਰੇ ਕੋਈ ਕੌੜਾ ਬਚਨ ਬੋਲਿਆ ਹੋਣਾ। ਜੁਲਾਹਾ ਕਹਿਣ ਲੱਗਾ, ਹੈ ਸਤਿਗੁਰ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਅਮਰਦਾਸ ਮਹਾਰਾਜ ਜਦੋਂ ਜਲ ਗਾਗਰ ਦੀ ਭਰ ਕੇ ਲੈ ਕੇ ਆ ਰਹੇ ਸਨ, ਬਰਸਾਤ ਦੇ ਕਾਰਨ, ਹਨੇਰੀ ਦੇ ਕਾਰਨ ਉਹ ਰਸਤੇ ਤੋਂ ਭਟਕ ਗਏ। ਸਾਡੇ ਘਰ ਵੱਲ ਜਦੋਂ ਲੰਘੇ ਨੇ, ਠੰਡਾ ਲੱਗਾ, ਉੱਥੇ ਡਿੱਗੇ ਨੇ, ਤੇ ਇਹਨੇ ਕਹਿ ਦਿੱਤਾ ਇਸ ਟਾਈਮ ਕੌਣ ਹੋ ਸਕਦਾ ਹੈ? ਅਮਰੂ ਨਿਥਾਵਾਂ ਹੈ। ਉਸ ਸਮੇਂ ਦੀ ਇਹ ਝੱਲ ਮਾਰ ਰਹੀ ਹੈ, ਪਤਾ ਨਹੀਂ ਕੀ ਹੋ ਗਿਆ ਇਸ ਨੂੰ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਜਿਹਨੂੰ ਤੁਸੀਂ ਅਮਰੂ ਨਿਥਾਵਾਂ ਕਿਹਾ ਹੈ, ਇਹ ਸਮਾਂ ਐਸਾ ਆਉਣਾ ਹੈ। ਇਹਨੇ ਆਪਣੇ ਸਿਰ ਤੇ ਗਾਗਰ ਨਹੀਂ ਚੱਕੀ, ਇਹਦੇ ਸਿਰ ਤੇ ਛਤਰ ਚੱਲਣਗੇ। ਇਹ ਤੇ ਨਿਥਾਵਿਆਂ ਦਾ ਥਾਂ ਹੋਏਗਾ, ਨਿਮਾਣਿਆਂ ਦਾ ਮਾਣ ਹੋਏਗਾ, ਨਿਆਸਰਿਆਂ ਦਾ ਆਸਰਾ ਹੋਏਗਾ। ਜਦੋਂ ਬਖਸ਼ਿਸ਼ਾਂ
ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਰੰਭ ਕੀਤੀਆਂ ਤੇ ਐਸੀ ਫਿਰ ਬਖਸ਼ਿਸ਼ ਹੋਈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਸੇਵਾ ਕਰਦਿਆਂ ਕਰਦਿਆਂ ਸੇਵਾ ਤੋਂ ਦੇਖੋ ਐਸਾ ਫਲ ਪ੍ਰਾਪਤ ਹੋਇਆ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਣ ਗਏ। ਜੋ ਕੇਵਲ ਅਮਰਦਾਸ ਜੀ ਸਨ, ਇਹ ਸੇਵਾ ਤੋਂ ਐਸੇ ਐਸੇ ਫਲ ਪ੍ਰਾਪਤ ਹੁੰਦੇ ਹਨ ਭਾਈ, ਜਿਨ੍ਹਾਂ ਨੇ ਮਨ ਕਰਕੇ ਸੇਵਾ ਕੀਤੀ ਹੈ, ਮਨ ਕਰਕੇ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰ ਕਹਿੰਦੇ ਨੇ ਉਹਨਾਂ ਦਾ ਜੀਵਨ ਤੇ ਭਾਈ ਸਦਾ ਹੀ ਸਫਲ ਹੋ ਜਾਂਦਾ ਹੈ। ਅੱਜ ਦਾ ਜੋ ਮੁੱਖ ਵਾਕ ਹੈ ਉਹਦੇ ਅੰਦਰ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕੀ ਸਮਝਾਉਂਦੇ ਨੇ, ਆਓ ਸਾਰੇ ਮਿਲ ਜੁਲ ਕੇ ਸਰਵਣ ਕਰਦੇ ਹਾਂ। ਸਤਿਗੁਰ ਸਮਝਾਉਂਦੇ ਹਨ, ਸ਼ਲੋਕ ਮਹਲਾ ਤੀਜਾ। ਬ੍ਰਹਮ ਵਿਦੈ ਕਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਇਆ। ਬ੍ਰਹਮਨ ਤੋਂ ਭਾਵ ਹੈ ਉਸ ਪਰਮਾਤਮਾ ਨੂੰ ਪਛਾਣਨਾ, ਬਿੰਦੇ ਤੋਂ ਭਾਵ ਹੈ ਉਸ ਨੂੰ ਜਾਣ ਲੈਣਾ। ਪਰਮਾਤਮਾ ਨੂੰ ਜਾਣਨਾ ਹੀ ਬੜਾ ਔਖਾ ਹੈ, ਔਰ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਪਛਾਣ ਕੀਤੀ ਹੈ। ਜਿਨ੍ਹਾਂ ਨੇ ਪਛਾਣ ਕਰ ਲਈ, ਗੁਰੂ ਨੇ ਉਹਨਾਂ ਨੂੰ ਆਪਣਾ ਰੂਪ ਹੀ ਬਣਾ ਲਿਆ ਹੈ। ਸਤਿਗੁਰੂ ਨੇ ਬ੍ਰਹਮਤ ਦੀ ਪਛਾਣ ਕਰਨੀ ਹੀ ਸਭ ਤੋਂ ਔਖੀ ਹੈ। ਪਰਮਾਤਮਾ ਬ੍ਰਹਮ ਰੂਪ ਹੈ, ਉਹਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ ਹੈ, ਜਿਹੜਾ ਭਾਈ ਦਿਨ ਰਾਤ ਇੱਕ ਸ਼ਬਦ ਦੇ ਨਾਲ ਆਪਣੇ ਦਿਲ ਜੋੜਦਾ ਹੈ। ਇੱਕ ਸ਼ਬਦ ਦੇ ਨਾਲ ਦਿਲ ਜੋੜਨੀ ਬੜੀ ਔਖੀ ਹੈ, ਸ਼ਬਦ ਸੁਣਨਾ ਹੀ ਬੜਾ ਔਖਾ ਹੈ। ਇੱਥੇ ਆ ਕੇ ਮਨ ਨਹੀਂ ਲੱਗਦਾ, ਵਾਸੀਆਂ ਹੁੰਦਿਆਂ ਨੇ ਸੁਸਤੀ ਪੈਂਦੀ ਹੈ। ਜਦੋਂ ਗੁਰੂ ਦਰਬਾਰ ਵਿੱਚ ਸਾਡਾ ਮਨ ਲੱਗਣ ਲੱਗ ਪਿਆ, ਗੁਰਬਾਣੀ ਸੁਣ ਕੇ ਅੰਦਰ ਰਸ ਜਾਗਣ ਲੱਗ ਪਿਆ, ਤੇ ਸਤਿਗੁਰ ਕਹਿੰਦੇ ਨੇ ਉਦੋਂ ਸਮਝ ਲੈਣਾ ਤੇਰੀ ਹਾਜ਼ਰੀ ਆਰੰਭ ਹੋ ਗਈ। ਜਦੋਂ ਹਾਜ਼ਰੀ ਆਰੰਭ ਹੋ ਗਈ ਤੇ ਸਤਿਗੁਰ ਕਹਿੰਦੇ ਨੇ ਉਸ ਸਮੇਂ ਤੂੰ ਪਰਮਾਤਮਾ ਦੇ ਬ੍ਰਹਮ ਦੀ ਪਛਾਣ ਕਰ ਸਕਦਾ ਹੈ। ਤੇਰੀ ਸੁਰਤ ਪਰਮਾਤਮਾ ਦੇ ਵਿੱਚ ਜੁੜੀ ਰਹੇਗੀ। ਜੋ ਮਨੁੱਖ ਕੇਵਲ ਗੁਰ ਸ਼ਬਦ ਵਿੱਚ ਦ੍ਰਿਸ਼ਟੀ ਜੋੜ ਕੇ ਬ੍ਰਹਮ ਨੂੰ ਪਛਾਣਦੇ ਹਨ, ਉਸ ਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ ਹੈ। ਉਹਦੀ ਸੁਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਉਹ ਭਾਵੇਂ ਘਰ ਬੈਠਾ ਹੈ, ਭਾਵੇਂ ਗੱਡੀ ਚਲਾ ਰਿਹਾ, ਭਾਵੇਂ ਪ੍ਰਸ਼ਾਦਾ ਛਕ ਰਿਹਾ ਹੈ, ਉਹਦੀ ਜੋ ਸੁਰਤ ਹੈ ਉਹ ਸ਼ਬਦ ਦੇ ਵਿੱਚ ਦਿਨ ਰਾਤ ਲੱਗੀ ਰਹਿੰਦੀ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਨਵ ਨਿਧੀ 18 ਸਿੱਧੀਆਂ ਨੇ, ਜੋ 9 ਖਜ਼ਾਨੇ 18 ਸਿੱਧੀਆਂ ਉਹ ਸਿੱਧੀਆਂ ਨੇ ਜੋ ਦਿਨ ਰਾਤ ਬੰਦੇ ਨੂੰ ਘੁਮਾਉਂਦੀਆਂ ਨੇ। ਦਿਨ ਰਾਤ ਇਹਨਾਂ ਦੇ ਪਿੱਛੇ ਲੱਗ ਕੇ ਬੰਦਾ ਗਲਤ ਕੰਮ ਵੀ ਕਰਦਾ ਹੈ। ਬਹੁਤ ਹੀ ਰਿੱਧੀਆਂ ਸਿੱਧੀਆਂ ਐਸੀਆਂ ਨੇ ਕਿ ਜਿਨ੍ਹਾਂ ਦੇ ਪਿੱਛੇ ਲੱਗ ਜਾਂਦੀਆਂ ਨੇ ਤੇ ਉਹਨਾਂ ਨੂੰ ਘੁਮਾ ਘੁਮਾ ਕੇ ਗੁਰੂ ਪਰਮਾਤਮਾ ਤੋਂ ਦੂਰ ਰੱਖਦਿਆਂ ਨੇ। ਪਰ ਜਿਨ੍ਹਾਂ ਨੇ ਆਪਣੀ ਸੁਰਤੀ ਸਤਿਗੁਰ ਕਹਿੰਦੇ ਨੇ, ਜੋ ਮਨੁੱਖ ਹਰੀ ਦੇ ਪਰਮਾਤਮਾ ਦੇ ਨਾਲ ਆਪਣਾ ਮਨ ਜੋੜਦੇ ਹਨ, ਇਹ ਨੌ ਨਿਧੀ 18 ਸਿੱਧੀਆਂ ਉਹਦੇ ਮਗਰ ਲੱਗੀਆਂ ਫਿਰਦੀਆਂ ਨੇ। ਉਹ ਭਟਕਦਾ ਨਹੀਂ ਹੈ। ਇਹ ਉਹਨਾਂ ਪਿੱਛੇ ਲੱਗ ਕੇ ਆਪਣਾ ਜੀਵਨ ਸਫਲ ਕਰਦੀਆਂ ਨੇ ਕਿ ਇਹਨੂੰ ਅਸੀਂ ਭਟਕਾ ਸਕੀਏ, ਪਰ ਉਹ ਭਟਕ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਨਾਮ ਦਾ ਵਾਸਾ ਹੈ। ਔਰ ਜਿੱਥੇ ਨਾਮ ਹੈ ਉੱਥੇ ਇਹ ਸੰਸਾਰ ਜੋ ਪਾਖੰਡ ਨੇ ਇਹ ਉੱਥੇ ਹਾਸਲ ਨਹੀਂ ਹੋ ਸਕਦੇ, ਉਹਦਾ ਕੁਝ ਵਿਗਾੜ ਨਹੀਂ ਸਕਦੇ ਜਿਹੜੇ ਭਾਈ ਹਰੀ ਦਾ ਨਾਮ ਚੇਤੇ ਕਰਦੇ ਹਨ। ਬਿਨ ਸਤਿਗੁਰ ਨਾਮ ਨਾ ਪਾਈਐ, ਬੁਝੋ ਕਰ ਵਿਚਾਰ। ਇੱਥੇ ਹੁਣ ਸਤਿਗੁਰ ਸਮਝਾਉਣਾ ਕੀਤਾ ਹੈ, ਜੋ ਨਾਮ ਦੇ ਵਿਚਾਰ ਕਰਦੇ ਹਨ। ਨਾਮ ਦੇ ਵਿਚਾਰ ਸੁਣਨੀ, ਨਾਮ ਨੂੰ ਪੜ੍ਹਨਾ। ਆਪਾਂ ਕੀਰਤਨ ਸੁਣਦੇ ਹਾਂ, ਕੇਵਲ ਸੁਣਤਾ ਕਿ ਸੀਮਤ ਨਾ ਰਹੀ, ਇਸ ਨੂੰ ਸਮਝੀਏ ਵੀ। ਇੱਕ ਗੁਰਬਾਣੀ ਪੜ੍ਹਨੀ ਹੈ, ਇੱਕ ਗੁਰਬਾਣੀ ਨੂੰ ਸਮਝਣਾ ਹੈ। ਜੋ ਗੁਰਬਾਣੀ ਨੂੰ ਪੜ੍ਹਦੇ ਹਨ ਕੇਵਲ ਪੜ੍ਹਨ ਤੱਕ ਸੀਮਤ ਹਨ, ਉਹ ਕੁਝ ਹਾਸਲ ਨਹੀਂ ਕਰ ਸਕਦੇ, ਅੰਦਰ ਰਸ ਪੈਦਾ ਨਹੀਂ ਹੋਏਗਾ। ਕਥਾ ਤੋਂ ਜਦੋਂ ਅਸੀਂ ਗੁਰਬਾਣੀ ਦੀ ਕਥਾ ਸੁਣਦੇ ਹਾਂ, ਕਥਾ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ। ਜਦੋਂ ਇਸ ਗੱਲ ਦੀ ਵਿਚਾਰ ਅੰਦਰ ਚੱਲ ਪੈਂਦੀ ਹੈ, ਬਿਨ ਸਤਿਗੁਰ ਨਾਮ ਨਾ ਪਾਈਐ, ਬੁਝੋ ਕਰ ਵਿਚਾਰ। ਵਿਚਾਰ ਕਰਕੇ ਸਮਝਣਾ। ਸਤਿਗੁਰ ਤੋਂ ਬਿਨਾਂ ਹਰੀ ਦੇ ਨਾਮ ਨੂੰ ਪਾਇਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਬੱਚਾ ਆਪਣੇ ਘਰ ਹੀ ਬੈਠਾ ਹੈ,
ਘਰੇ ਪੜ੍ਹਾਈ ਕਰ ਰਿਹਾ ਆ। ਹੁਣ ਜਿਸ ਤਰ੍ਹਾਂ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ, ਹੁਣ ਤੁਸੀਂ ਸਮਝੋ ਬੱਚੇ ਪੜ੍ਹਾਈ ਕਰ ਸਕਦੇ। ਜਿਤਨਾ ਚਿਰ ਟੀਚਰ ਪਾਠਸ਼ਾਲਾ ਵਿੱਚ ਜਾ ਕੇ ਅਸੀਂ ਨਹੀਂ ਪੜ੍ਹਾਂਗੇ, ਉਤਨਾ ਚਿਰ ਬੱਚੇ ਨੂੰ ਕੁਝ ਵੀ ਸਮਝ ਨਹੀਂ ਆਏਗੀ। ਕਈ ਬੱਚੇ ਤੇ ਆਨਲਾਈਨ ਪੜ੍ਹਾਈਆਂ ਕਰ ਕਰਕੇ ਉਹਨਾਂ ਦਾ ਦਿਮਾਗ ਦਾ ਜੋ ਚਵਾਦਨ ਹੈ, ਦਿਮਾਗ ਦੀ ਜੋ ਸੁਰਤ ਹੈ, ਇਹ ਵੀ ਭਟਕ ਗਈ। ਪਰ ਕਈਆਂ ਨੂੰ ਐਨਕਾਂ ਲੱਗ ਗਈਆਂ ਇਹ ਦੇਖ ਦੇਖ ਕੇ, ਮੋਬਾਈਲ ਤੋਂ ਪੜ੍ਹ ਪੜ੍ਹ ਕੇ। ਜਿਤਨਾ ਚਿਰ ਅਸੀਂ ਪਾਠਸ਼ਾਲਾ ਵਿੱਚ ਜਾ ਕੇ ਨਹੀਂ ਪੜ੍ਹਾਂਗੇ, ਸਾਹਮਣੇ ਸਾਡੇ ਪੜ੍ਹਾਉਣ ਵਾਲਾ ਕੋਈ ਨਾ ਬੈਠਾ ਹੋਏਗਾ ਕਿ ਪੜ੍ਹ ਨਹੀਂ ਸਕਦੇ, ਉਹਨੂੰ ਸਮਝ ਨਹੀਂ ਸਕਦੇ। ਇਸੇ ਤਰ੍ਹਾਂ ਸੰਸਾਰਕ ਦੁਨਿਆਵੀ ਪੜ੍ਹਾਈ ਵੀ ਪੜ੍ਹਨੀ ਜ਼ਰੂਰੀ ਹੈ। ਇਹ ਜੋ ਆਪਾਂ ਇੱਥੇ ਬੈਠ ਕੇ ਪੜ੍ਹਦੇ ਹਾਂ, ਇਹ ਪਰਮਾਰਥ ਪੜ੍ਹਾਈ ਹੈ, ਇਹ ਗੁਰੂ ਕੇ ਮਾਰਗ ਦੀ ਪੜ੍ਹਾਈ ਹੈ, ਇਹ ਪੜ੍ਹਨੀ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਇਸ ਨੂੰ ਨਹੀਂ ਪੜ੍ਹਾਂਗੇ, ਸਾਡਾ ਜੋ ਜੀਵਨ ਹੈ ਇਹ ਦਿਨ ਰਾਤ ਭਟਕਦਾ ਰਹੇਗਾ। ਇਹਦੇ ਅੰਦਰ ਟਿਕਾ ਨਹੀਂ ਆ ਸਕਦਾ, ਇਹਦੇ ਅੰਦਰ ਸ਼ਾਂਤੀ ਨਹੀਂ ਆ ਸਕਦੀ, ਚਿੰਤਾ ਮੁਕਤ ਨਹੀਂ ਹੋ ਸਕਦੇ, ਜਿਤਨਾ ਚਿਰ ਅਸੀਂ ਗੁਰਬਾਣੀ ਨੂੰ ਨਹੀਂ ਸਮਝ ਪਾਵਾਂਗੇ। ਇਸ ਲਈ ਸਤਿਗੁਰ ਕਹਿੰਦੇ ਨੇ, ਬਿਨ ਸਤਿਗੁਰ ਨਾਮ ਨਾ ਪਾਈ ਹੈ, ਬੂਝੋ ਕਰ ਵਿਚਾਰ। ਵਿਚਾਰ ਕਰਕੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ, ਤੇ ਗੁਰਬਾਣੀ ਨੂੰ ਸਮਝਣਾ ਹੈ ਤੇ ਸਤਿਗੁਰ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਇਹ ਨਾਮ ਸਤਿਗੁਰ ਦੀ ਸ਼ਰਨ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ। ਨਾਨਕ ਪੂਰੇ ਭਾਗ ਸਤਿਗੁਰੂ ਮਿਲੈ, ਜੋ ਸੁਖ ਪਾਏ ਜੁਗ ਚਾਰ। ਨਾਨਕ ਕਹਿੰਦੇ ਨੇ ਪੂਰੇ ਭਾਗ ਦੇ ਨਾਲ, ਜਦੋਂ ਭਾਗ ਇਹ ਮੱਥੇ ਦੇ ਭਾਗ ਉਗੜਦੇ ਹਨ, ਉਦੋਂ ਭਾਈ ਚਾਰ ਜੁਗਾਂ ਦੇ ਵਿੱਚ ਫਿਰ ਸੁਖ ਹੀ ਸੁਖ ਹੈ, ਦੁੱਖ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰ ਸਮਝਾ ਰਹੇ ਹਨ, ਸਲੋਕ ਮਹਲਾ ਤੀਜਾ। ਕਿਆ ਗਬਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਭਾਵੇਂ ਉਹ ਗੱਭਰੂ ਹੈ, ਜਵਾਨੀ ਵਿੱਚ ਹੈ, ਭਾਵੇਂ ਉਹ ਬਿਰਧ ਹੈ, ਬੁਢੇਪੇ ਵਿੱਚ ਹੈ, ਸਤਿਗੁਰ ਕਹਿੰਦੇ ਸਾਡੇ ਅੰਦਰ ਜੋ ਤ੍ਰਿਸ਼ਨਾਵਾਂ ਦੀ ਅੱਗ ਹੈ, ਇੱਕ ਤ੍ਰਿਸ਼ਨਾ ਨਹੀਂ ਹੈ ਸਾਡੇ ਅੰਦਰ। ਸਤਿਗੁਰ ਕਹਿੰਦੇ ਨੇ ਕਈ ਪ੍ਰਕਾਰ ਦੀਆਂ ਤ੍ਰਿਸ਼ਨਾਵਾਂ ਸਾਡੇ ਅੰਦਰ ਸਵੇਰੇ ਜਦੋਂ ਪ੍ਰਾਣੀ ਜਾਗਦਾ ਹੈ, ਇਹ ਵੀ ਜਾਗ ਪੈਂਦੀਆਂ ਨੇ। ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਪਹੁੰਚੈ ਸਦਾ ਬਿਆਰ। ਇਹ ਜਦੋਂ ਸਵੇਰੇ ਪ੍ਰਾਣੀ ਜਾਗਦਾ ਹੈ ਤੇ ਇਹ ਵੀ ਨਾਲ ਜਾਗ ਪੈਂਦੀਆਂ ਨੇ। ਭਲਕੈ ਪਹੁੰਚੈ ਸਦਾ ਬਿਆਰ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਾਹਾਂ ਕਰਤਾਰ। ਫਿਰ ਦਿਨ ਰਾਤ ਪ੍ਰਾਣੀ ਆਪਣਾ ਭਿਆਨਕ ਰੂਪ ਸੰਸਾਰ ਦੇ ਵਿਚਰਦਾ ਹੈ। ਪਤਾ ਨਹੀਂ ਕਿਤਨੇ ਝੂਠ ਬੋਲਦਾ ਹੈ, ਕਿਤਨੇ ਨਾਲ ਠੱਗੀਆਂ ਕਰਦਾ ਹੈ। ਕਾਹਦੇ ਲਈ ਕਿ ਮੈਂ ਆਪਣੇ ਪਰਿਵਾਰ ਨੂੰ ਸੁਖੀ ਰੱਖਣਾ ਹੈ, ਪਰਿਵਾਰ ਨੂੰ ਮੈਂ ਰੋਟੀ ਦੇਣੀ ਹੈ, ਪਰਿਵਾਰ ਦੀ ਹਰ ਇੱਕ ਮੈਂ ਜੋ ਮੰਗ ਹੈ ਪੂਰੀ ਕਰਨੀ ਹੈ। ਇਹ ਸਾਡੇ ਅੰਦਰ ਤ੍ਰਿਸ਼ਨਾਵਾਂ ਨੇ। ਇਹ ਤ੍ਰਿਸ਼ਨਾਵਾਂ ਹੀ ਦਿਨ ਰਾਤ ਬੰਦੇ ਨੂੰ ਕਮਾਉਂਦੀਆਂ ਨੇ। ਇਹ ਤ੍ਰਿਸ਼ਨਾ ਦੇ ਪਿੱਛੇ ਲੱਗ ਕੇ ਬੰਦਾ ਦਿਨ ਰਾਤ ਭਟਕ ਰਿਹਾ ਰਹਿੰਦਾ ਹੈ। ਇਹ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਸਤਿਗੁਰ ਕਹਿੰਦੇ ਜਵਾਨ ਹੋਵੇ ਭਾਵੇਂ ਹੋਵੇ ਬੁੱਢਾ, ਬੁਢੇਪੇ ਵਿੱਚ ਪਹੁੰਚ ਗਿਆ, ਪਰ ਮਨਮੁਖ ਦੀ ਜੋ ਤ੍ਰਿਸ਼ਨਾ ਹੈ ਇਹ ਕਦੇ ਵੀ ਦੂਰ ਨਹੀਂ ਹੋ ਸਕਦੀ। ਇਸ ਲਈ ਭਾਈ ਗੁਰਬਾਣੀ ਨੂੰ ਸਮਝ। ਗੁਰਮੁਖ ਸ਼ਬਦ ਹੈ ਰਤਿਆ, ਸੀਤਲ ਹੋਏ ਆਪ ਗਵਾਏ, ਸੀਤਲ ਤੋਂ ਭਾਵ ਠੰਡਕ। ਇਹ ਨਾਮ ਐਸਾ ਹੈ ਸਾਡੇ ਅੰਦਰ ਠੰਡਕ ਪੈਦਾ ਕਰਦਾ ਹੈ। ਸਾਡੇ ਅੰਦਰ ਜੋ ਦਿਨ ਰਾਤ ਤ੍ਰਿਸ਼ਨਾਵਾਂ ਦੀ ਅੱਗ ਬਲ ਗਈ ਹੈ, ਇਹ ਅੱਗ ਨੂੰ ਦੂਰ ਕਰਨ ਵਾਸਤੇ ਕੇਵਲ ਤੇ ਕੇਵਲ ਇੱਕੋ ਹੀ ਰਸਤਾ ਹੈ, ਹਰੀ ਦਾ ਨਾਮ। ਆ ਗੁਰੂ ਕੀ ਸੰਗਤ ਵਿੱਚ ਆਪਾਂ ਜੋ ਬੈਠ ਕੇ ਜਪਦੇ ਹਾਂ, ਦਿਨ ਰਾਤ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਤੇ ਜਦੋਂ ਸਿਮਰਨ ਕਰਦੇ ਹਾਂ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ, ਇਹ ਜੋ ਸਿਮਰਨ ਹੈ, ਸਿਮਰਨ ਦੇ ਨਾਲ ਹੀ ਸਾਡੇ ਅੰਦਰ ਐਸੀ ਠੰਡਕ ਪੈਦਾ ਹੋ ਜਾਂਦੀ ਹੈ ਕਿ ਸਤਿਗੁਰ ਕਹਿੰਦੇ ਹਨ, ਸਤਿਗੁਰ ਦੇ ਸਨਮੁਖ ਹੋਇਆ ਭਾਈ ਮਨੁੱਖ ਦੇ ਸ਼ਬਦ ਦੇ ਰਾਹੀਂ ਹੰਕਾਰ ਗਵਾ ਕੇ ਅੰਦਰ ਸੰਤੋਖੀ ਬਣ ਜਾਂਦਾ ਹੈ। ਸੰਤੋਖ ਆ ਜਾਣਾ ਹੀ ਬੜੀ ਮੁਸ਼ਕਲ ਹੈ। ਬੰਦਾ ਕਹਿੰਦਾ 1000 ਮਿਲ ਗਿਆ, ਤ੍ਰਿਪਤ ਤੋਂ ਭਾਵ ਹੈ ਬੰਦਾ ਅੰਦਰ ਰੱਜ ਜਾਂਦਾ ਹੈ। ਇਹ ਰਜਣਾ ਹੀ ਬੜਾ ਔਖਾ ਹੈ। ਸੰਸਾਰ ਜੋ ਨਾਮ ਰਹਿ ਲਿਵਲਾਏ। ਇਥੋਂ ਨਾਨਕ ਸਮਝਾ ਰਹੇ ਹਨ ਕਿ ਭਾਈ ਗੁਰਮੁਖ ਮਨੁੱਖ, ਗੁਰਮੁਖ ਜੋ ਮਨੁੱਖ ਹੈ, ਜੋ ਕੁਝ ਕਰਦਾ ਹੈ ਉਹ ਪਰਮਾਤਮਾ ਦੇ ਦਰਗਾਹ ਤੇ ਕਬੂਲ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਜੋ ਗੁਰਮੁਖ ਹੈ ਉਹ ਕਦੇ ਗਲਤ ਕਰ ਹੀ ਨਹੀਂ ਸਕਦਾ। ਜਿਸ ਤਰ੍ਹਾਂ ਇੱਕ ਪਿਤਾ ਦੇ ਦੋ ਪੁੱਤਰ ਹਨ,
ਇੱਕ ਮਨਮੁਖ ਵਾਲਾ ਜੀਵਨ ਬਤੀਤ ਕਰ ਰਿਹਾ ਤੇ ਇੱਕ ਗੁਰਮੁਖ ਵਾਲਾ ਬਤੀਤ ਕਰ ਰਿਹਾ। ਪਿਤਾ ਨੂੰ ਪਤਾ ਹੈ ਜਿਹੜਾ ਮਨਮੁਖ ਹੈ ਉਹ ਗਲਤੀ ਕਰ ਸਕਦਾ ਹੈ, ਪਰ ਜਿਹਦਾ ਜੀਵਨ ਹੀ ਗੁਰਮੁਖ ਹੈ, ਗੁਰੂ ਦੇ ਸਨਮੁਖ ਹੈ, ਇਹ ਜੋ ਵੀ ਕਰੇਗਾ ਉਹ ਮੈਨੂੰ ਪ੍ਰਵਾਨ ਹੈ। ਇਸੇ ਤਰ੍ਹਾਂ ਦਰਗਾਹ ਦੇ ਅੰਦਰ ਹੈ, ਗੁਰਮੁਖ ਜੋ ਵੀ ਕਰਦਾ ਹੈ ਸਤਿਗੁਰ ਨੂੰ ਪ੍ਰਵਾਨ ਹੈ। ਉਹਨੂੰ ਪਤਾ ਹੈ ਇਹ ਜੋ ਕਰ ਰਿਹਾ ਹੈ ਭਾਈ ਇਹ ਗਲਤ ਕਦੀ ਵੀ ਨਹੀਂ ਕਰ ਸਕਦਾ। ਗੁਰਮੁਖ ਜੋ ਮਨੁੱਖ ਹੈ ਜੋ ਕੁਝ ਕਰਦੇ ਹਨ ਉਹ ਕਬੂਲ ਹੋ ਜਾਂਦਾ ਹੈ, ਕਿਉਂਕਿ ਉਹ ਨਾਮ ਵਿੱਚ ਦਿਨ ਰਾਤ ਬਿਰਤੀ ਜੋੜ ਕੇ ਸਾਰੇ ਹੀ ਕਾਰਜ ਕਰਦੇ ਹਨ। ਉਹ ਕਦੇ ਗਲਤ ਕਰ ਹੀ ਨਹੀਂ ਸਕਦੇ। ਪੌੜੀ ਦੇ ਵਿੱਚ ਸਮਝਾਉਣਾ ਕੀਤਾ ਹੈ ਸਤਿਗੁਰੂ ਜੀ ਨੇ, ਜੋ ਰਤੇ ਹਮ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ। ਸਿੱਖਾ ਤੋਂ ਭਾਵ ਹੈ ਸਤਿਗੁਰ ਦੇ ਸਨਮੁਖ ਹੋ ਕੇ ਮੈਂ ਉਹਨਾਂ ਤੋਂ ਸਦਾ ਹੀ ਆਨੰਦ ਦੀ ਅਵਸਥਾ ਨੂੰ ਸਿੱਖਾਂ। ਸਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਹਾਂ ਜਿਹੜੇ ਭਾਈ ਗੁਰੂ ਕੇ ਸਨਮੁਖ ਆ ਕੇ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਨ। ਜੋ ਹਰ ਨਾਮ ਧਿਆਨੀ ਦੇ ਤਿਨ ਦਰਸ਼ਨ ਪਿੱਖਾ, ਜੋ ਹਰੀ ਦੇ ਨਾਮ ਨੂੰ ਸਿਮਰਦੇ ਹਨ, ਜੋ ਦਿਨ ਰਾਤ ਗੁਰੂ ਕੀ ਸੰਗਤ ਵਿੱਚ ਆਉਂਦੇ ਹਨ, ਜੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਦਿਨ ਰਾਤ ਕਰਦਾ ਰਵਾਂ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ। ਉਹਨਾਂ ਪਾਸੋਂ ਮੈਂ ਕੀਰਤਨ ਸੁਣਾ। ਗੁਰੂ ਕੀ ਕੀਰਤੀ, ਕੀਰਤਨ ਤੋਂ ਭਾਵ ਹੈ ਗੁਰੂ ਕੀ ਕੀਰਤੀ ਕਰਨੀ, ਗੁਰੂ ਕੀ ਬਾਣੀ ਨੂੰ ਦਿਨ ਰਾਤ ਪੜ੍ਹਦੇ ਰਹਿਣਾ। ਉਹਦੇ ਕੋਲ ਮੈਂ ਕੀਰਤਨ ਸੁਣਾ, ਹਰੀ ਦੇ ਗੁਣ ਗਾਵਾਂ। ਉਹਨਾਂ ਦੇ ਸਨਮੁਖ ਬੈਠ ਕੇ ਹਰੀ ਦਾ ਜਸ ਉਹਨਾਂ ਦੇ ਵਿੱਚ ਮੈਂ ਪੜ੍ਹਾਂ ਸੁਣਾ। ਜੋ ਭਾਈ ਦਿਨ ਰਾਤ ਪਰਮਾਤਮਾ ਦੀ ਕੀਰਤੀ ਕਰਦੇ ਹਨ। ਹਰ ਨਾਮ ਸਲਾਈ ਰੰਗ ਸਿਉ ਸਭ ਕਿਲਵਿਕ ਤਿਰਖਾ। ਇੱਥੇ ਹੁਣ ਸਮਝਾਉਣਾ ਕੀਤਾ ਹੈ ਕਿਲਵਿਕ ਤੋਂ ਭਾਵ ਹੈ ਪਾਪ, ਦਿਨ ਰਾਤ ਜੋ ਪਾਪ ਕਰਦੇ ਹਨ। ਤਿਰਖਾ ਤੋਂ ਭਾਵ ਹੈ ਨਾਸ ਕਰਦਿਆਂ ਪ੍ਰੇਮ ਦੇ ਨਾਲ ਮੈਂ ਹਰੀ ਦੀ ਬਾਣੀ ਨੂੰ ਸਿਫਤ ਸਲਾਹ ਨੂੰ ਦਿਨ ਰਾਤ ਕਰਾਂ। ਆਪਣੇ ਸਾਰੇ ਹੀ ਪਾਪ ਮੈਂ ਦੂਰ ਕਰ ਲਵਾਂ। ਬਾਣੀ ਪੜ੍ਹ ਪੜ੍ਹ ਕੇ, ਬਾਣੀ ਸੁਣ ਸੁਣ ਕੇ, ਜਿਤਨੀ ਅਸੀਂ ਬਾਣੀ ਪੜ੍ਹਾਂਗੇ, ਜਿਤਨੀ ਬਾਣੀ ਸੁਣਾਂਗੇ, ਸਾਡੇ ਅੰਦਰੋਂ ਕੀਤੇ ਜੋ ਪਾਪ ਹਨ ਇਹ ਸਾਰੇ ਭਾਈ ਧੋਤੇ ਜਾਂਦੇ ਹਨ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ। ਵਿਖਾ ਵਿਖਾ ਤੋਂ ਭਾਵ ਹੈ ਕਦਮ। ਕਦਮ ਉਹ ਜਿੱਥੇ ਰੱਖਦੇ ਹਨ ਉੱਥੇ ਭਾਈ ਸਦਾ ਹੀ ਆਨੰਦ ਹੈ। ਉਹ ਸਰੀਰ, ਉਹ ਥਾਨ ਸਦਾ ਹੀ ਸੁਹਾਵਣਾ ਹੈ, ਉਹ ਸੁੰਦਰ ਹੈ, ਉਹ ਪਿਆਰਾ ਹੈ। ਜਿੱਥੇ ਮੇਰਾ ਸਤਿਗੁਰ ਆਪ ਪੈਰ ਰੱਖਦੇ ਹਨ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਨ ਸਦਾ ਹੀ ਪਵਿੱਤਰ ਹੈ। ਇਸ ਲਈ ਸਤਿਗੁਰ ਸਮਝਾਉਂਦੇ ਹਨ ਜਿਤਨਾ ਹੋ ਸਕੇ ਭਾਈ ਗੁਰੂ ਕੀ ਬਾਣੀ ਨਾਲ ਪਿਆਰ ਕਰਨਾ ਹੈ, ਗੁਰੂ ਕੀ ਬਾਣੀ ਨੂੰ ਪੜ੍ਹਨਾ ਹੈ, ਦਿਨ ਰਾਤ ਪੜ੍ਹ ਪੜ੍ਹ ਕੇ ਇਸ ਜੀਵਨ ਨੂੰ ਸਫਲ ਕਰਨਾ ਹੈ। ਤਾਂ ਹੀ ਸਾਡਾ ਸੰਸਾਰ ਤੇ ਆਇਆ ਸਫਲ ਹੈ। ਸਤਿਗੁਰ ਦੀ ਕਿਰਪਾ ਕਰਨ ਇਹ ਸੋਝੀ ਆ ਜਾਏ ਤਾਂ ਹੀ ਕਿਤੇ ਜਾ ਕੇ ਸਾਡਾ ਇਹ ਜੀਵਨ ਸਫਲ ਹੈ। ਜਿਤਨਾ ਹੋ ਸਕੇ ਸਿਮਰਨ ਕਰੋ, ਗੁਰਬਾਣੀ ਨਾਲ ਜੁੜੋ ਤਾਂ ਕਿ ਸੰਸਾਰ ਤੇ ਆਇਆ ਸਫਲ ਹੋ ਜਾਏ। ਸਵਾਸਾਂ ਦੀ ਪੂੰਜੀ ਭਾਈ ਬਹੁਤ ਕੀਮਤੀ ਹੈ। ਇੱਕ ਇੱਕ ਸਵਾਸ ਦੇ ਨਾਲ ਆਪਾਂ ਨੇ ਸਿਮਰਨ ਕਰਨਾ ਹੈ। ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਮਨੁੱਖਾ ਜਨਮ ਨੂੰ ਅਸੀਂ ਸਫਲ ਕਰ ਲਈਏ। ਗਾਵਿਆ ਸੁਣਿਆ ਥਾਂ ਪੈ ਜਾਏ। ਮਨ ਕਰਕੇ ਆ ਕੇ ਹਾਜ਼ਰੀ ਕਰਿਆ ਕਰੋ। ਸਮੇਂ ਸਿਰ ਆ ਕੇ ਜੁੜਾਂਗੇ ਤੇ ਲਾਭ ਪ੍ਰਾਪਤ ਹੋਏਗਾ। ਇਹ ਨਹੀਂ ਕਿ ਆਪਾਂ ਜਦੋਂ ਸਮਾਪਤੀ ਹੋਣ ਲੱਗੇ ਉਦੋਂ ਹੀ ਗੁਰੂ ਦਰਬਾਰ ਵਿੱਚ ਆਈਏ, ਨਹੀਂ। ਜਦੋਂ ਦੀਵਾਨ ਆਰੰਭ ਹੋ ਜਾਏ ਉਦੋਂ ਜਦੋਂ ਆ ਕੇ ਆਪਾਂ ਗੁਰਬਾਣੀ ਸੁਣਾਂਗੇ ਤੇ ਪਤਾ ਲੱਗੇਗਾ ਗੁਰਬਾਣੀ ਕੀ ਸਮਝਾਉਂਦੀ ਹੈ, ਕੀ ਸਾਨੂੰ ਵਿਚਾਰ ਕਰਾਉਂਦੀ ਹੈ। ਇਹ ਵਿਚਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰ ਕਿਰਪਾ ਕਰਨ, ਦੋਨੋਂ ਟਾਈਮ ਗੁਰੂ ਕੀ ਸੰਗਤ ਕਰਕੇ ਲਾਭ ਪ੍ਰਾਪਤ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਜਿਨ੍ਹਾਂ ਦਿਨਾਂ ਗੁਰਮੁਖ ਪਿਆਰੇ ਨੇ ਗੁਰਬਾਣੀ ਦਾ ਸਤਿਕਾਰ ਕਰਦੇ ਮੈਂ ਅਰਦਾਸ ਕਰਾਂ ਸਤਿਗੁਰ ਨਾਮ ਧਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ